सुल्तान कहा हूँ मियाँ तेरी कवन वडाई जो तू देहे सो कहा स्वामी। मैं मूर्ख कहण न जाई तेरे गुण गावा देह बुझाई। जैसे सच मह रहो रज़ाई ज्यों बुलाव है त्यों बोल है स्वामी। कुदरत कवन हमारी साध संग नानक जस गायो। जो प्रभ की अत प्यारी साध संग नानक जस गायो। जो प्रभ की अत प्यारी। परम सन्मान योग दीन बंधु पतित पावन भगत वत्सल करुणा निधान रबी ज्ञान दे मुजस्मे धन श्री गुरु ग्रंथ साहिब महाराज जी दी पावन पवित्र मुकद्दस हजूरी अंदर सुभायमान गुरु के अजीज सतसंगी जनों, आप जी धनता दे योग हो जिन्हां ने बाला प्रीतम धन श्री गुरु हरकृष्ण साहिब महाराज जी दे पावन पवित्र अस्थान गुरुद्वारा श्री बंगला साहिब विखे इस दोपहर दे दीवान विच हाज़री भरी है। आओ धन गुरु ग्रंथ साहिब महाराज जी दी अमृत बाणी दे विचों जो सिख दी एक रहनी दा अटुट अंग है जिसनों गुरबाणी दे विच वख-वख लफ्ज़ां दे नाल जाणिया जांदा है। भाव दस्तार दी विचार आप जी दे नाल करन दा यतन करना है। असीस बख्शिश करदियां सनिमर गुर फतेह प्रवान करो जी। वाहिगुरु जी का खालसा वाहिगुरु जी की फतेह। धन गुरु ग्रंथ साहिब महाराज जी दी अमृत बाणी दे विच 10 गुरु साहिबान 15 भगतां दी बाणी 3 गुरसिखां दी बाणी 11 भट्टां दी बाणी दर्ज है। ते सब तो पहला जो धन गुरु ग्रंथ साहिब महाराज जी दे विच
ਦਸਤਾਰ ਦੇ ਪ੍ਰਥਾਏ ਲਫ਼ਜ਼ ਵਰਤਿਆ ਹੈ ਉਹ ਸ਼ੇਖ ਫਰੀਦ ਸਾਹਿਬ ਜੀ ਨੇ ਵਰਤਿਆ ਹੈ। 1173 ਈਸਵੀ ਦਾ ਉਹਨਾਂ ਦਾ ਜਨਮ ਹੈ। ਭਾਵ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਤਕਰੀਬਨ 300 ਸਾਲ ਪਹਿਲਾਂ ਉਹਨਾਂ ਦਾ ਆਗਮਨ ਇਸ ਧਰਤੀ 'ਤੇ ਹੋਇਆ ਹੈ। ਬਾਬਾ ਫਰੀਦ ਸਾਹਿਬ ਜੀ ਨੇ ਲਫ਼ਜ਼ ਪੱਗ ਵਰਤਿਆ ਹੈ। ਉਹ ਕਹਿੰਦੇ ਨੇ, ਫਰੀਦਾ ਮੈਂ ਭੋਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣਈ, ਸਿਰ ਭੀ ਮਿੱਟੀ ਖਾਏ। ਫਿਰ ਦੂਸਰਾ ਜਿਹੜਾ ਲਫ਼ਜ਼ ਹੈ ਉਹ ਭਗਤ ਰਵਿਦਾਸ ਜੀ ਨੇ ਆਪਣੀ ਅੰਮ੍ਰਿਤ ਬਾਣੀ ਦੇ ਵਿੱਚ ਪਾਗ ਵਰਤਿਆ ਹੈ। ਉਹ ਕਹਿੰਦੇ ਨੇ, ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਇਸ ਦੇ ਨਾਲ ਮਿਲਦਾ ਜੁਲਦਾ ਸ਼ਬਦ ਬਾਬਾ ਕਬੀਰ ਸਾਹਿਬ ਜੀ ਨੇ ਵਰਤਿਆ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਜਿਹੇ ਸਿਰ ਰਚ ਰਚ ਬੰਧਤ ਪਾਗ, ਸੋ ਸਿਰ ਚੁੰਚ ਸਵਾਰ ਹੈ ਕਾਗ। ਫਿਰ ਜਿਹੜਾ ਤੀਸਰਾ ਲਫ਼ਜ਼ ਪਗੜੀ ਹੈ ਉਹ ਭਗਤ ਨਾਮਦੇਵ ਜੀ ਨੇ ਆਪਣੀ ਅੰਮ੍ਰਿਤ ਬਾਣੀ ਦੇ ਵਿੱਚ ਵਰਤਿਆ ਹੈ। ਪਰਮਾਤਮਾ ਦੇ ਸਰਗੁਣ ਸਰੂਪ ਦੀ ਵਿਆਖਿਆ ਕਰਦਿਆਂ, ਉਸਤਤ ਕਰਦਿਆਂ ਭਗਤ ਨਾਮਦੇਵ ਜੀ ਕਹਿੰਦੇ ਨੇ, ਖੂਬ ਤੇਰੀ ਪਗੜੀ, ਮੀਠੇ ਤੇਰੇ ਬੋਲ, ਦੁਆਰਿਕਾ ਨਗਰੀ ਕਾਹੇ ਕੇ ਮਗੋਲ। ਪਹਿਲਾ ਸ਼ਬਦ ਬਾਬਾ ਫਰੀਦ ਸਾਹਿਬ ਜੀ ਨੇ ਪੱਗ ਵਰਤਿਆ। ਦੂਸਰਾ ਭਗਤ ਕਬੀਰ ਸਾਹਿਬ ਜੀ ਤੇ ਭਗਤ ਰਵਿਦਾਸ ਜੀ ਨੇ ਪਾਗ ਵਰਤਿਆ। ਤੀਜਾ ਲਫ਼ਜ਼ ਪਗੜੀ ਭਗਤ ਨਾਮਦੇਵ ਜੀ ਨੇ ਵਰਤਿਆ ਹੈ। ਤੇ ਫਿਰ ਜਿਹੜਾ ਚੌਥਾ ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਦਸਤਾਰ ਵਰਤਿਆ ਹੈ। ਹਜ਼ੂਰ ਕਹਿੰਦੇ ਨੇ, ਨਾਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ। ਫਿਰ ਮਹਾਰਾਜ ਜੀ ਨੇ ਪੰਜਵਾਂ ਲਫ਼ਜ਼ ਦਸਤਾਰ ਦੇ ਵਾਸਤੇ ਦੁਮਾਲੜਾ ਵਰਤਿਆ ਹੈ। ਹਜ਼ੂਰ ਨੇ ਭਾਵੇਂ ਕਿ ਸੰਸਾਰ ਦੇ ਇਸ ਅਖਾੜੇ ਦੀ ਵਿਆਖਿਆ ਕਰਦਿਆਂ ਇੱਕ ਗੁਰਮੁਖ ਨੂੰ ਸੰਸਾਰ ਦੇ ਵਿੱਚ ਵਿਕਾਰਾਂ ਦੇ ਨਾਲ ਜਿੱਤਦਾ ਹੋਇਆ ਦਿਖਾ ਕੇ ਉੱਚੇ ਦੁਮਾਲੜੇ ਦੇ ਨਾਲ ਸਨਮਾਨਿਤ ਕੀਤਾ ਹੈ। ਹਜ਼ੂਰ ਨੇ ਪੰਜਵਾਂ ਸ਼ਬਦ ਦੁਮਾਲੜਾ ਵਰਤਿਆ ਹੈ। ਪੁਰਾਣੇ ਸਮੇਂ ਦੇ ਅੰਦਰ ਮਹਾਰਾਜ ਜੀ ਕਹਿੰਦੇ ਨੇ, ਪਿੰਡਾਂ ਦੇ ਵਿੱਚ ਛਿੰਝ ਪਿਆ ਕਰਦੀ ਸੀ, ਤੇ ਜਦੋਂ ਛਿੰਝ ਪੈਣੀ ਉਸ ਛਿੰਝ ਦੇ ਵਿੱਚ ਮੱਲ ਇਕੱਠੇ ਹੋਣੇ, ਪਹਿਲਵਾਨਾਂ ਨੇ ਇਕੱਠੇ ਹੋਣਾ, ਤੇ ਪਹਿਲਵਾਨਾਂ ਨੇ ਲੜਦਿਆਂ ਲੜਦਿਆਂ ਜਦੋਂ ਅਖੀਰ ਤੇ ਇੱਕ ਪਹਿਲਵਾਨ ਨੇ ਜਿੱਤ ਜਾਣਾ, ਉਸ ਨੇ ਫਤਿਹ ਪ੍ਰਾਪਤ ਕਰ ਲੈਣੀ, ਤੇ ਉਸ ਦੇ ਸਿਰ ਦੇ ਉੱਪਰ ਇੱਕ ਵੱਡੀ ਦਸਤਾਰ ਸਜਾਈ ਜਾਂਦੀ ਸੀ, ਦੁਮਾਲੜਾ ਸਜਾਇਆ ਜਾਂਦਾ ਸੀ, ਤੇ ਉੱਚਾ ਤੁਰਲਾ ਕੱਢ ਕੇ ਦੁਨੀਆ ਦੇ ਲੋਕਾਂ ਨੂੰ ਦੱਸਿਆ ਜਾਂਦਾ ਸੀ। ਜਿਹੜੇ ਛਿੰਝ ਵੇਖਣ ਆਏ ਹੁੰਦੇ ਸਨ, ਇਹ ਦੱਸਿਆ ਜਾਂਦਾ ਸੀ ਕਿ ਇਹ ਪਹਿਲਵਾਨ ਇਸ ਛਿੰਝ ਦੇ ਵਿੱਚ ਜੇਤੂ ਹੈ। ਇਸ ਦਾ ਦੁਮਾਲੜਾ, ਇਸ ਦਾ ਤੁਰਲਾ ਸਾਰਿਆਂ ਪਹਿਲਵਾਨਾਂ ਦੇ ਨਾਲ ਉੱਚਾ ਹੈ। ਮਹਾਰਾਜ ਜੀ ਕਹਿੰਦੇ ਨੇ, ਇਹ ਸੰਸਾਰ ਪੂਰਾ ਇੱਕ ਅਖਾੜਾ ਹੈ, ਛਿੰਝ ਹੈ, ਤੇ ਜਿੰਨੇ ਵੀ ਇਹ ਜੀਵ ਸੰਸਾਰ ਤੇ ਆਏ ਹੋਏ ਨੇ ਇਹ ਪਹਿਲਵਾਨ ਨੇ, ਇਹ ਮੱਲ ਨੇ। ਤੇ ਹਰੇਕ ਜਿਹੜਾ ਪਹਿਲਵਾਨ ਮੱਲ ਜੀਵ ਹੈ ਉਹ ਵਿਕਾਰਾਂ ਦੇ ਨਾਲ ਲੜ ਰਿਹਾ ਹੈ, ਯਤਨ ਕਰ ਰਿਹਾ ਹੈ ਕਿ ਮੈਂ ਇਹਨਾਂ ਵਿਕਾਰਾਂ ਤੋਂ ਜਿੱਤ ਜਾਵਾਂ, ਫਤਿਹ ਪ੍ਰਾਪਤ ਕਰ ਲਵਾਂ। ਪਰ ਸਾਰੇ ਵਿਕਾਰਾਂ ਦੇ ਉੱਤੇ ਜਿੱਤ ਪ੍ਰਾਪਤ ਤਾਂ ਨਹੀਂ ਕਰ ਲੈਂਦੇ ਨਾ। ਪਰ ਮਹਾਰਾਜ ਜੀ ਕਹਿੰਦੇ ਨੇ, ਕਈ ਗੁਰਮੁਖ ਸੱਜਣ ਜਿਨ੍ਹਾਂ ਦੀ ਪਿੱਠ ਦੇ ਉੱਪਰ ਗੁਰੂ ਆਪ ਥਾਪੜਾ ਦਿੰਦਾ ਹੈ, ਆਪ ਬਖਸ਼ਿਸ਼ ਕਰਦਾ ਹੈ, ਉਹ ਗੁਰਮੁਖ ਜਨ ਵਿਕਾਰਾਂ ਦੇ ਨਾਲ ਲੜਦਿਆਂ ਲੜਦਿਆਂ ਇੱਕ ਦਿਨ ਫਤਿਹ ਪ੍ਰਾਪਤ ਕਰ ਲੈਂਦੇ ਨੇ, ਤੇ ਉਹ ਆਪਣੇ ਜੀਵਨ ਨੂੰ ਸਵਾਰ ਕੇ ਸੰਸਾਰ ਤੋਂ ਜਾਂਦੇ ਨੇ। ਮਹਾਰਾਜ ਜੀ ਕਹਿੰਦੇ ਨੇ, ਉਹਨਾਂ ਦਾ ਜਿਹੜਾ ਸਿਰ ਹੈ ਉਹ ਉੱਚਾ ਹੁੰਦਾ ਹੈ, ਉਹਨਾਂ ਦਾ ਦੁਮਾਲੜਾ, ਉਹਨਾਂ ਦੀ ਦਸਤਾਰ ਕਦੇ ਝੁਕਦੀ ਨਹੀਂ ਹੈ। ਹਜ਼ੂਰ ਨੇ ਸ਼ਬਦ ਵਰਤਿਆ, ਕਹਿਣ ਲੱਗੇ, ਹਾਂ ਗੋਸਾਈ ਦਾ ਪਹਿਲਵਾਨੜਾ,
मैं गुरमिल उच दुमालड़ा, सब होई छिंज इकट्ठिया, दई बैठा वेखै आप जियो, वात वजन टमक भेरियां, मल लथे लैंदे फेरियां। हजूर कहंदे ने निहते पंज जवान मैं, गुर थापी दित्ती कंड जियो, सब इकट्ठे होए आया, कर जासन वाट वटाया, गुरमुख लाहा लै गए, मनमुख चले मूल गवाए जियो। गुरमुखां ने इस संसार दी बाजी नूं जित लिया है, पर मनमुख बंदियां ने जीवन दी बाजी नूं हार लिया है। गुरमुखां ने अपने सिर नूं उच्चा कर लिया है। पंज लफज धन गुरु ग्रंथ साहिब महाराज जी दे विचों इस दस्तार दे प्रथाए आप जी दे नाल सांझे कीते ने। पहला शब्द पग, दूसरा पाग, तीजा लफज पगड़ी, चौथा दस्तार ते पंजवां दुमालड़ा। ये पंजे लफज सानू गुरबाणी दे विचों मिलदे ने। इस पग दा जिहड़ा इतिहास है बहुत पुराना इतिहास है। जदों संसार दे विच ये जीव धरती ते इसने कदम रखिया ते इसनूं पहरावे दी कोई सोझी नहीं सी। जंगल दे विच अपना निवास रखदा सी। हौली हौली इसने अपने तन नूं लुकाउणा आरंभ कीता। मौसम तो, बारिश तो, गर्मी तो, सर्दी तो इसने अपने शरीर नूं बचाउणा शुरू कीता। पहला पहल इसका कारज बचाउणा सी। फिर हौली हौली इसने अपने शरीर नूं लुकाउणा भी आरंभ किया। उस तो उपरंत इसने शरीर नूं सजाउणा आरंभ कर दिता। पहला इसने शरीर नूं बचाउणा, फिर लुकाउणा ते फिर सजाउणा आरंभ किया। सजाउणा इन्ना क ज़्यादा इस मनुख ने आरंभ किया कि अज संसार भर दे विच तन नूं बहुत ज़्यादा सजाया जा रहा है। ये जो दस्तार अज आपां सिर दे उपर सजाउंदे हां, ये केवल एक श्रृंगार नहीं है, ये साडा धार्मिक चिन्ह है। ये गुरु दी बख्शिश है जो सतगुरु जी ने सानू किरपा करके त्रुट के बख्शिश की है। धन गुरु नानक साहिब सच्चे पातशाह महाराज जी खुद दस्तार सजाया करते सन। जदों आप पुरातन जन्म साखी नूं पढ़ते हाँ तो इतिहासकार कहते ने गुरु नानक साहब महाराज जी जदों पांधे दे कोल पढ़न दे वास्ते गए तो उन्होंने अपने शीश के उपर दस्तार सजाई हुई सी। ते जदों गुरु नानक साहब महाराज का मिलाप भाई मरदाना जी दे नाल होया ते हजूर ने 3 लफज कहे सन। कहन लगे ये 3 शब्द, ये 3 वचन हमेशा तुसीं याद रखने ने। जे तुसीं मेरे नाल रहना है, संगत करनी है, तो सब तो पहला केसां दी बेअदबी नहीं करनी। फिर महाराज जी ने तीजा शब्द वरतिया, कहन लगे तुसीं तंबाकू की वरतों नहीं करनी, किसी भी नशे की वरतों नहीं करनी। फिर हजूर कहते ने अमृत वेले जागना है, अमृत वेले जाग के उस मालक की सिफत सलाह करनी है। ते जे गुरु नानक साहब महाराज जी भाई मरदाना जी नूं कह रहे ने केस कतल नहीं करवाने, केस कटने नहीं, साबत सूरत रहना है, तो इसका अर्थ है महाराज जी ये भी उपदेश करते ने कि अपने शीश के उपर सोहनी दस्तार सजाउणी है। भाई मरदाना जी का जिहड़ा पिछोकड़ है, भावें वो इस्लाम दे नाल संबंधित है, पर इस्लाम दे विच भी दस्तार की मनाही कोई नहीं। पुराने समय तो इस्लाम दे विच दस्तार नूं सजाया जाता रहा है। ईरान दे विच इस्लाम दे बानी मुहम्मद साहिब की एक तस्वीर बनी हुई है। भावें कि इस्लाम दे विच ना तो मूर्ति पूजा की जाती है, ना ही कोई तस्वीर बनाई जाती है, पर मुहम्मद साहिब की एक तस्वीर है जो एक दस्तावेज है। उन्होंने दे कोल इतिहासक एक प्रूफ है कि मुहम्मद साहिब भी दस्तार सजाया करते सन। वो दस्तार वाली तस्वीर अज भी ईरान दे विच पई हुई है। तो बाबा फरीद साहब जी दस्तार धारी सन।
इस्लाम दे नाल संबंधित ने। भाई मरदाना जी खुद दस्तार सजाया करते सन। जदों धन गुरु नानक साहब सच्चे पातशाह महाराज पटना साहब की धरती ते गए, पहला नाम उसका पाटली पुत्र है। पाटली पुत्र गए तो सालसराय जौहरी का मिलाप होया। सालसराय जौहरी ने गुरु नानक साहब महाराज जी नूं जिस वेले नमस्कार कीती, आके मत्था टेकिया, ते पुरातन जन्म साखी कहती है सालसराय जौहरी ने गुरु नानक साहब महाराज जी नूं दस्तार भेंट कीती सी। दस्तार भेंट धन गुरु नानक साहब महाराज जी ने स्वीकार की है। तो जिथे जिथे भी गुरु नानक साहब महाराज जी ने प्रचार किया, खजूर दे सिख बने। जदों आपां मिर्ज़ा अहमद गुलाम कादियां की किताब पढ़ते हाँ, तो वह कहता है गुरु नानक साहब महाराज जी दे वेले सिखां की 3 करोड़ गिनती है। भाव 3 करोड़ सिख गुरु नानक साहब महाराज जी दे वेले सज गए ने। तो सारे केसाधारी होणगे, केस कतल करवाउण वाले नहीं, वो साडे वांग कुरैतीए नहीं, वो तनखाईए नहीं। गुरु नानक साहब महाराज का उपदेश मनण वाले साबत सूरत सिख होणगे। वो अपने सीस के उपर सोहनी दस्तार सजाउंदे होणगे। धन गुरु नानक साहब महाराज जी तो बाद धन गुरु अंगद साहब महाराज जी जदों गुरगद्दी ते सुभाएमान होए ना, तो गुरु नानक साहब महाराज ने जिस वेले गुरगद्दी की रस्म बाबा बुढ़ा साहब जी निभाउण दे वास्ते कहा, तो उदों भी दस्तार सजाई गई है। ये जिहड़ा हवाला है ये गुरु अर्जन साहब महाराज जी के वेले भी सानू मिलता है। जदों गुरु अर्जन साहब महाराज जी की दस्तार बंदी होने लगी, तो बाबा प्रिथी चंद ने उस वेले झगड़ा आरंभ कर दिता। बाबा प्रिथी चंद जी कहन लगे मैं उम्र करके वड्डा है, गुरु रामदास महाराज जी का वड्डा पुत्र हाँ, तो वड्डा पुत्र होने के नाते जिहड़ी ये दस्तार बंदी है मेरी होनी चाहिए है। गुरगद्दी के उत्ते मैं बैठना चाहुंदा हाँ। तो उत्थे लिखारियां ने शब्द लिखे, धन गुरु अर्जन साहब महाराज जी कहंदे ने ये गुरगद्दी धन गुरु रामदास महाराज जी सौंप के गए ने। पर जे बाबा प्रिथी चंद जी दस्तार बंदी की जिद कर रहे ने, हट कर रहे ने, तो इन्हां दे सीस दे उपर भी दस्तार सजा दिओ। बाबा बुढ़ा साहब जी ने भावें बाबा प्रिथी चंद के सीस के उपर भी दस्तार सजाई, पर इतिहासकार कहते ने मरने की पग प्रिथीए बधी, गुरियाई की पग अर्जुन लद्दी। गुरु अर्जन साहब महाराज जी नूं गुरियाई की पग मिली है, तो जिहड़ी मरण की पग है वो बाबा प्रिथी चंद दे बन्नी गई है। भाव कि वो गुरु दे उपदेश दे वल्लों मरे हुए ने, गुरु दे उपदेश दे नाल उन्हां दा कोई संबंध नहीं है। धन गुरु हरगोबिंद साहिब महाराज का समा वक्त आउंदा है, ते 3 घटनावां आप जी दे नाल साझीआं करनियां ने। गुरु हरगोबिंद साहब महाराज जी दे वेले जो दस्तार का ढंग है, तरीका है, शैली है, वो बदल चुकी है। पहला दस्तार का ढंग तरीका होर होया करदा सी, पर गुरु हरगोबिंद साहब महाराज जी दे वेले दस्तार बन्नण का जिहड़ा ढंग तरीका है वो बदल चुका है। ढाडी नत्था ते अब्दुल्ला जी जो गुरु हरगोबिंद साहब महाराज जी दे खजूरी ढाडी ने, तो जदों महाराज जी सिवत सलाह करते ने, वार गाउंदे ने, तो वो शब्द कहते ने अज गुरु हरगोबिंद साहब महाराज जी ने अपने शरीर ते 2 तलवारां बन्नियां होईयां ने, धारण कीतियां होईयां ने। एक मीरी दी तलवार है तो दूजी पीरी दी तलवार है। एक राजसी ठाठ बाठ दी प्रतीक है तो एक धार्मिकता दी प्रतीक है। तो वो कहते ने जदों गुरु हरगोबिंद साहब महाराज अपने सोहने सीस के उपर दस्तार सजाउंदे ने, ते दिल्ली के तख्त के उपर बैठा होया जिहड़ा बादशाह जहांगीर है उसकी दस्तार फिक्की पाई जाती है।
ਤੇ ਜੇ ਕੋਈ ਇੱਥੇ ਕੋਈ ਸਵਾਲ ਕਰਨ ਵਾਲਾ ਹੋਵੇ, ਕੋਈ ਤਰਕ ਕਰਨ ਵਾਲਾ ਹੋਵੇ ਕਿ ਭਾਰਤ ਵਰਸ਼ ਦਾ ਬਾਦਸ਼ਾਹ ਜਿਸ ਦੇ ਕੋਲ ਬਹੁਤ ਖਜ਼ਾਨਾ ਹੈ, ਹੀਰੇ ਮੋਤੀ ਹੈ, ਸੋਨਾ ਚਾਂਦੀ ਹੈ, ਸ਼ਸਤਰ ਨੇ, ਬਸਤਰ ਨੇ, ਕੀ ਐਸੇ ਬਾਦਸ਼ਾਹ ਦੇ ਕੋਲ ਸੋਹਣੀ ਦਸਤਾਰ ਨਹੀਂ ਸੀ? ਕੀ ਉਸ ਦੀ ਦਸਤਾਰ ਦੇ ਉੱਪਰ ਹੀਰੇ ਜੜੇ ਹੋਏ ਨਹੀਂ ਸੀ? ਭਾਵੇਂ ਉਸ ਦੀ ਦਸਤਾਰ ਕਿੰਨੀ ਵੀ ਕੀਮਤੀ ਕਿਉਂ ਨਾ ਹੋਵੇ, ਉਸ ਦੀ ਦਸਤਾਰ ਤੇ ਕਿੰਨੇ ਵੀ ਹੀਰੇ ਕਿਉਂ ਨਾ ਜੜੇ ਹੋਣ, ਪਰ ਦਸਤਾਰ ਦੇ ਪਿੱਛੇ ਜੋ ਕਿਰਦਾਰ ਹੈ ਉਹ ਛੇਵੇਂ ਪਾਤਸ਼ਾਹ ਦੀ ਦਸਤਾਰ ਤੋਂ, ਉਹਨਾਂ ਦੇ ਜੀਵਨ ਤੋਂ ਝਲਕਦਾ ਹੈ। ਢਾਡੀ ਨੱਥਾ ਤੇ ਅਬਦੁੱਲਾ ਜੀ ਕਹਿੰਦੇ ਨੇ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ, ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ, ਇੱਥੇ ਵਿਸ਼ਰਾਮ ਹੈ, ਪੱਗ ਤੇਰੀ ਕੀ ਜਹਾਂਗੀਰ ਦੀ। ਹੇ ਪਾਤਸ਼ਾਹ ਜੀ, ਦਸਤਾਰ ਤੇ ਤੁਹਾਡੀ ਹੈ, ਜਹਾਂਗੀਰ ਦੀ ਕਿਹੜੀ ਪਗੜੀ ਹੈ? ਉਹ ਤਾਂ ਇੱਕ ਨਸ਼ਈ ਬੰਦਾ ਹੈ, ਨਸ਼ੇ ਕਰਨ ਵਾਲਾ, ਸ਼ਰਾਬ ਪੀਣ ਵਾਲਾ ਬੰਦਾ ਹੈ। ਉਹ ਇੱਕ ਅਯਾਸ਼ ਬੰਦਾ ਹੈ ਜਿਹੜਾ ਕਿ ਸੰਸਾਰ ਦੇ ਲੋਕਾਂ ਦੇ ਉੱਤੇ ਜ਼ੁਲਮ ਕਰਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਜਦੋਂ ਚੱਬੇ ਦੀ ਮਾਤਾ ਸੁਲੱਖਣੀ ਨੂੰ ਮਿਲਣ ਵਾਸਤੇ ਜਾਂਦੇ ਨੇ, ਘੋੜੇ ਦੇ ਉੱਪਰ ਸਵਾਰ ਨੇ, ਤੇ ਮਹਾਰਾਜ ਜੀ ਜਦੋਂ ਮਾਈ ਸੁਲੱਖਣੀ ਨੂੰ ਮਿਲਣ ਵਾਸਤੇ ਗਏ, ਬੜੇ ਚਿਰਾਂ ਦੀ ਪੁਕਾਰ ਕਰ ਰਹੀ ਸੀ। ਕਹਿੰਦੀ ਸੀ, ਮਹਾਰਾਜ ਤੁਸੀਂ ਤਾਂ ਅੰਤਰਜਾਮੀ ਹੋ, ਤੁਹਾਨੂੰ ਆਪਾਂ ਹਰ ਰੋਜ਼ ਯਾਦ ਕਰਦੇ ਹਾਂ ਕਿ ਤੁਸੀਂ ਆਪਣੇ ਭਗਤਾਂ ਦਾ ਬਿਰਧ ਰੱਖਦੇ ਹੋ, ਉਹਨਾਂ ਦੀ ਪੈਜ ਰੱਖਦੇ ਹੋ, ਉਹਨਾਂ ਦੀਆਂ ਅਰਜ਼ੋਈਆਂ ਬੇਨਤੀਆਂ ਸਰਵਣ ਕਰਦੇ ਹੋ, ਪ੍ਰਵਾਨ ਕਰਦੇ ਹੋ। ਤੇ ਮੇਰੀ ਤੁਹਾਡੇ ਅੱਗੇ ਜੋਦੜੀ ਹੈ ਕਿ ਬੜੇ ਚਿਰਾਂ ਦਾ ਮੇਰਾ ਵਿਆਹ ਹੋਇਆ ਹੈ, ਪਰ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੈ, ਕੋਈ ਪੁੱਤਰ ਨਹੀਂ ਹੈ, ਕੋਈ ਧੀ ਨਹੀਂ ਹੈ, ਤੇ ਤੁਸੀਂ ਮਿਹਰ ਕਰਨ ਵਾਲੇ ਹੋ, ਮੈਨੂੰ ਵੀ ਪੁੱਤਰ ਦੀ ਸੰਤਾਨ ਦੀ ਦਾਤ ਬਖਸ਼ ਦਿਓ। ਹਜ਼ੂਰ ਅੱਜ ਘੋੜੇ ਦੇ ਉੱਤੇ ਸਵਾਰ ਹੋ ਕੇ ਮਾਈ ਨੂੰ ਮਿਲਣ ਵਾਸਤੇ ਗਏ, ਤੇ ਜਿਸ ਵੇਲੇ ਮਹਾਰਾਜ ਨੇ ਦਰਵਾਜ਼ਾ ਖੜਕਾਇਆ, ਆਪਣੇ ਆਉਣ ਦੀ ਸੂਚਨਾ ਦਿੱਤੀ, ਤੇ ਉਹ ਮਾਈ ਸੁਲੱਖਣੀ ਬੜੀ ਚਾਹਤ ਦੇ ਨਾਲ, ਬੜੀ ਉਤਾਵਲੀ ਹੋ ਕੇ ਬਾਹਰ ਨਿਕਲੀ ਹੈ। ਹੱਥ ਜੋੜ ਕੇ ਨਮਸਕਾਰ ਕਰਕੇ ਮਹਾਰਾਜ ਜੀ ਦੀ ਸ਼ਾਨ ਦੇ ਵਿੱਚ, ਉਸਤਤ ਦੇ ਵਿੱਚ ਉਸਨੇ ਸ਼ਬਦ ਉਚਾਰਨ ਕੀਤੇ। ਕਹਿਣ ਲੱਗੇ, ਸੋਹਣੀਏ ਦਾੜੀਏ ਚਿੱਟੀਏ ਪੱਗੇ, ਅਰਜ਼ ਕਰੇਂਦੀਆਂ ਗੁਰੂ ਹਰਗੋਬਿੰਦ ਅੱਗੇ, ਨਾਮ ਸੁਲੱਖਣੀ ਵਸਨੀਆਂ ਚੱਬੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਭ ਤੋਂ ਪਹਿਲਾ ਸ਼ਬਦ ਵਰਤਿਆ ਸੋਹਣੀਏ ਦਾੜੀਏ ਚਿੱਟੀਏ ਪੱਗੇ। ਚਿੱਟੀਏ ਪੱਗੇ ਤੋਂ ਭਾਵ ਹੈ ਕਿ ਜਿਸ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਾਈ ਸੁਲੱਖਣੀ ਨੂੰ ਮਿਲਣ ਵਾਸਤੇ ਗਏ ਸਨ, ਹਜ਼ੂਰ ਨੇ ਉਸ ਦਿਨ ਚਿੱਟੇ ਰੰਗ ਦੀ ਦਸਤਾਰ ਸਜਾਈ ਹੋਈ ਸੀ। ਸੋਹਣੀਏ ਦਾੜੀਏ ਚਿੱਟੀਏ ਪੱਗੇ। ਮਹਾਰਾਜ ਜੀ ਨੇ ਉਹਨਾਂ ਦੀ ਬੇਨਤੀ ਸੁਣ ਕੇ ਉਹਨਾਂ ਨੂੰ ਜ਼ਰੂਰ ਸੰਤਾਨ ਦਾ ਵਰ ਵੀ ਦਿੱਤਾ, ਬਖਸ਼ਿਸ਼ ਵੀ ਕੀਤੀ, ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ। ਤੀਜੀ ਘਟਨਾ ਮਹਾਰਾਜ ਜੀ ਦੇ ਦਾਮਾਦ ਦੀ ਆਉਂਦੀ ਹੈ। ਬੀਬੀ ਵੀਰੋ ਜੀ ਦੇ ਪਤੀ ਨੇ, ਜਿਨ੍ਹਾਂ ਦਾ ਨਾਮ ਹੈ ਭਾਈ ਸਾਧੂ ਜੀ। ਭਾਈ ਸਾਧੂ ਜੀ ਜਦੋਂ ਕਿਹਾ ਜਾਂਦਾ ਹੈ ਕਿ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਦੇ ਨੇ, ਤੇ ਮਹਾਰਾਜ ਨੂੰ ਮਿਲਣ ਦੇ ਸਮੇਂ ਉਹਨਾਂ ਨੇ ਇੱਕ ਕਵਿਤਾ ਉਚਾਰਨ ਕੀਤੀ ਜੋ ਪੰਜਾਬੀ ਦੇ ਵਿੱਚ ਹੈ। ਪੰਜਾਬੀ ਦੇ ਵਿੱਚ ਕਵਿਤਾ ਉਚਾਰਨ ਉਹਨਾਂ ਨੇ ਕੀਤੀ। ਕਹਿਣ ਲੱਗੇ, ਮੈਂ ਬਲਿਹਾਰ ਗੁਰੂ ਦੀ ਪਗੜੀ ਤੋਂ, ਤੇਰੀ ਪਗੜੀ ਹਰ ਲਿਵ ਲਗੜੀ ਤੋਂ, ਮੈਂ ਬਲਿਹਾਰ ਗੁਰੂ ਦੇ ਕੇਸਾਂ ਤੋਂ, ਤੇਰੇ ਕੇਸਾਂ ਸੱਚ ਉਪਦੇਸ਼ਾਂ ਤੋਂ, ਮੈਂ ਬਲਿਹਾਰ ਗੁਰੂ ਦੇ ਮੱਥੇ ਤੋਂ, ਤੇਰੇ ਮੱਥੇ ਹਰ ਰੰਗ ਰੱਤੇ ਤੋਂ। ਕਹਿਣ ਲੱਗੇ, ਸਭ ਤੋਂ ਪਹਿਲਾਂ ਮੈਂ ਤੁਹਾਡੀ ਪੱਗ ਤੋਂ ਕੁਰਬਾਨ ਜਾਨਾ ਹੈ।
फिर तुहाडी ऐसी सुरत तो कुर्बान जाना, ध्यान तो कुर्बान जाना है जिहड़ा ध्यान हमेशा उस वाहिगुरू दे विच लगा रहिंदा है। फिर तुहाडे केशां तो, सोहणे सुंदर केसां तो कुर्बान जाना है, तुहाडे मत्थे तो कुर्बान जाना है, जिहड़ा मत्था हर समय लिशकदा रहिंदा है, चमकदा रहिंदा है, दगदा करदा रहिंदा है। रूहानीयत दा नूर तुहाडे मत्थे दे उत्ते झलकदा रहिंदा है, ते मैं उस तो सदके जाना हाँ। छेवें पातशाह धन श्री गुरु हरगोबिंद साहिब सच्चे पातशाह महाराज, जिन्हां ने अपने जीवन काल दे विच 4 मुख जंगां, 4 मुख युद्ध लड़े ने, ते अपने सिखां नूं भी वो दुमाले सजाउण दी हदायत करदे सन कि अपने सीस दे उपर सोहणे दुमाले सजाउणे ने। शेरे पंजाब महाराजा रणजीत सिंह भी अपने समय ਜਿਹੜੇ ਉਹਨਾਂ ਦੀ ਸੈਨਾ ਦੇ ਵਿੱਚ ਭਰਤੀ ਹੋਇਆ ਕਰਦੇ ਸਨ, ਉਹਨਾਂ ਨੂੰ ਲਾਜ਼ਮੀ ਹੁਕਮ ਕਰਿਆ ਕਰਦੇ ਸਨ ਕਿ ਜਿਸ ਨੇ ਵੀ ਸੈਨਾ ਦੇ ਵਿੱਚ ਭਰਤੀ ਹੋਣਾ ਹੈ ਆਪਣੇ ਸੇਸ ਦੇ ਉੱਪਰ ਦਸਤਾਰ ਸਜਾਉਣ, ਭਾਵੇਂ ਉਹ ਸਿਪਾਹੀ ਹਿੰਦੂ ਹੋਵੇ, ਭਾਵੇਂ ਮੁਸਲਿਮ ਹੋਵੇ, ਭਾਵੇਂ ਸਿੱਖ ਹੋਵੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਹ ਹਦਾਇਤ ਸੀ ਕਿ ਹਰੇਕ ਸਿਪਾਹੀ ਦਸਤਾਰਧਾਰੀ ਹੋਣਾ ਚਾਹੀਦਾ ਹੈ। महाराजा रणजीत सिंह के पुत्र का नाम है कंवर शेर सिंह जी। कंवर शेर सिंह जी जिन्हां ने गुठ वाली पगड़ी बन्नण की आरंभता की है, सोहनी पेचां वाली ते गुठ वाली पगड़ी बन्नण की जिहड़ी आरंभता है महाराजा रणजीत सिंह के पुत्र कंवर शेर सिंह ने की है। कह लगे महाराजा रणजीत सिंह का दरबार सजिया होया ਤੇ ਅੱਜ ਜਦੋਂ ਗੁੱਠ ਵਾਲੀ ਸੋਹਣੀ ਪੇਚਾਂ ਵਾਲੀ ਦਸਤਾਰ ਸਜਾ ਕੇ, ਦਾੜਾ ਸੁੰਦਰ ਤਿਆਰ ਬਣਾ ਕੇ, ਮੁੱਛਾਂ ਆਪਣੀਆਂ ਨੂੰ ਖੁੰਡੀਆਂ ਕਰਕੇ ਜਦੋਂ ਕੰਵਰ ਸ਼ੇਰ ਸਿੰਘ ਜੀ ਦਰਬਾਰ ਦੇ ਵਿੱਚ ਦਾਖਲ ਹੋਏ, ਮਹਾਰਾਜਾ ਰਣਜੀਤ ਸਿੰਘ ਨੇ ਤੱਕਿਆ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੇ ਤੱਕ ਕੇ ਆਪਣੇ ਪੁੱਤਰ ਕੰਵਰ ਸ਼ੇਰ ਸਿੰਘ ਨੂੰ ਸ਼ਾਬਾਸ਼ ਦਿੱਤੀ ਹੈ। ਬੜੇ ਪ੍ਰਸੰਨ ਤੇ ਬੜੇ ਖੁਸ਼ ਹੋਏ ਨੇ। ਕਹਿਣ ਲੱਗੇ ਇਸੇ ਤਰ੍ਹਾਂ ਸਾਰੇ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਸੋਹਣੀ ਦਸਤਾਰ ਸਜਾਇਆ ਕਰਨ। ਸਾਡੇ ਜਿਹੜੇ ਸੈਨਿਕ ਨੇ, ਸਿਪਾਹੀ ਨੇ, ਉਹ ਵੀ ਦਸਤਾਰ ਸਜਾਉਣ। ਜਦੋਂ 1849 ਈਸਵੀ ਦੇ ਵਿੱਚ ਭਾਰਤ ਵਰਸ਼ ਦੇ ਵਿੱਚ, ਪੰਜਾਬ ਦੇ ਵਿੱਚ ਜਦੋਂ ਬ੍ਰਿਟਿਸ਼ ਦਾ ਰਾਜ ਹੋਇਆ, ਅੰਗਰੇਜ਼ਾਂ ਦਾ ਰਾਜ ਹੋਇਆ, ਤੇ ਅੰਗਰੇਜ਼ਾਂ ਦੇ ਰਾਜ ਦੇ ਸਮੇਂ ਕਿਹਾ ਜਾਂਦਾ ਹੈ ਕਿ ਸਿੱਖਾਂ ਨੂੰ, ਜਿਹੜੇ ਸਿੱਖ ਸਿਪਾਹੀ ਉਹਨਾਂ ਦੀ ਫੌਜ ਦੇ ਵਿੱਚ ਭਰਤੀ ਹੋਇਆ ਕਰਦੇ ਸਨ, ਉਹਨਾਂ ਨੂੰ 5 ਗਜ ਦੀ ਦਸਤਾਰ ਦਿੱਤੀ ਜਾਂਦੀ ਸੀ। 5 ਗਜ ਦੀ ਦਸਤਾਰ ਉੱਪਰ ਬੰਨਿਆ ਕਰਦੇ ਸਨ ਤੇ 2.5 ਗਜ ਦੀ ਜਿਹੜੀ ਦਸਤਾਰ ਹੈ ਉਹ ਥੱਲੇ ਸਭ ਤੋਂ ਪਹਿਲਾਂ ਸਜਾਇਆ ਕਰਦੇ ਸਨ। ਤੇ ਅੰਗਰੇਜ਼ ਜਿਸ ਵਾਸਤੇ ਆਪਾਂ ਅੱਜ ਸ਼ਬਦ ਬਾਜ ਵਰਤਦੇ ਹਾਂ, ਉਹ ਬੈਜ ਸ਼ਬਦ ਵਰਤਿਆ ਕਰਦੇ ਸਨ। ਬੈਜ ਅਪ। ਹੌਲੀ ਹੌਲੀ ਸਿੱਖਾਂ ਨੇ ਨਾਮ ਬਦਲ ਕੇ ਉਸ ਦਾ ਬਾਜ ਵਰਤਣਾ ਆਰੰਭ ਕਰ ਦਿੱਤਾ ਤੇ ਅੱਜ ਲਫ਼ਜ਼ ਆਪਾਂ ਬਾਜ ਵਰਤਦੇ ਹਾਂ। ਭਾਵ ਇਹ ਹੈ ਕਿ ਹਰੇਕ ਸਮੇਂ, ਭਾਵੇਂ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਹੋਵੇ, ਭਾਵੇਂ ਗੁਰੂ ਕਾਲ ਹੋਵੇ, ਹਰੇਕ ਸਮੇਂ ਇਹ ਦਸਤਾਰ ਨੂੰ ਸਜਾਇਆ ਜਾਂਦਾ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਇੱਕ ਘਟਨਾ ਹੁੰਦੀ ਹੈ। ਮਹਾਰਾਜਾ ਕਿਹਾ ਜਾਂਦਾ ਹੈ ਕਿ ਮਹਾਰਾਜ ਜੀ ਆਪਣੇ ਤਖਤ ਦੇ ਉੱਪਰ ਬੈਠੇ ਹੋਏ ਨੇ ਤੇ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸ਼ਸਤਰ ਵਿੱਦਿਆ ਦਾ ਅਭਿਆਸ ਕਰ ਰਹੇ ਨੇ। ਨੇਜ਼ਾਬਾਜੀ ਦੇ ਨਾਲ ਉਹ ਖੇਡ ਰਹੇ ਨੇ ਤੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਵੀ ਹੱਠ ਕਰ ਰਹੇ ਨੇ, ਬਾਰ-ਬਾਰ ਕਹਿ ਰਹੇ ਨੇ ਕਿ ਮੈਂ ਵੀ ਸ਼ਸਤਰ ਵਿੱਦਿਆ ਸਿੱਖਣੀ ਹੈ, ਮੈਂ ਵੀ ਤੁਹਾਡੇ ਨਾਲ ਜੰਗ ਕਰਨਾ ਚਾਹੁੰਦਾ ਹਾਂ, ਸ਼ਸਤਰ ਵਿੱਦਿਆ ਦਾ ਅਭਿਆਸ ਕਰਨਾ ਚਾਹੁੰਦਾ ਹਾਂ। ਪਰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਕਹਿ ਰਹੇ ਨੇ, ਭਰਾਤਾ ਬਾਬਾ ਫਤਿਹ ਸਿੰਘ ਜੀ ਅਜੇ ਤੁਹਾਡੀ ਆਰਜਾ ਜਿਹੜੀ ਹੈ ਬਹੁਤ ਛੋਟੀ ਹੈ। ਜਦੋਂ ਤੁਸੀਂ ਵੱਡੇ ਹੋਵੋਗੇ ਤੁਹਾਡੇ ਹੱਥ ਦੇ ਵਿੱਚ ਵੀ ਨੇਜਾ ਪਕੜਾਇਆ ਜਾਵੇਗਾ, ਕਿਰਪਾਨ ਪਕੜਾਈ ਜਾਏਗੀ
ਤੇ ਤੁਸੀਂ ਵੀ ਸਾਡੇ ਨਾਲ ਆ ਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ। ਬਾਬਾ ਫਤਿਹ ਸਿੰਘ ਜੀ ਅੰਦਰ ਗਏ ਤੇ ਅੰਦਰ ਜਾ ਕੇ ਉਹਨਾਂ ਨੇ ਆਪਣੇ ਸੀਸ ਦੇ ਉੱਪਰ ਬਹੁਤ ਸਾਰੀਆਂ ਦਸਤਾਰਾਂ ਇਕੱਠੀਆਂ ਕਰਕੇ ਬਹੁਤ ਉੱਚਾ ਦੁਮਾਲੜਾ ਸਜਾਇਆ ਹੈ। ਉੱਚਾ ਦੁਮਾਲਾ ਸਜਾ ਕੇ ਉਹਨਾਂ ਨੇ ਆਪਣੇ ਦੁਮਾਲੇ ਦੇ ਉੱਪਰ ਸ਼ਸਤਰ ਸਜਾਏ ਨੇ ਤੇ ਸ਼ਸਤਰ ਸਜਾ ਕੇ ਬਾਬਾ ਫਤਿਹ ਸਿੰਘ ਜੀ ਬਾਹਰ ਆ ਗਏ ਨੇ ਤੇ ਬਾਹਰ ਆ ਕੇ ਬਾਬਾ ਅਜੀਤ ਸਿੰਘ ਜੀ ਨੂੰ ਕਹਿੰਦੇ ਨੇ ਕਿ ਹੁਣ ਤੇ ਮੈਂ ਵੱਡਾ ਹੋ ਗਿਆ, ਤੁਹਾਡੇ ਜਿੱਡਾ ਹੋ ਗਿਆ, ਹੁਣ ਤੇ ਮੈਂ ਤੁਹਾਡੇ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਕਰ ਸਕਦਾ ਹਾਂ ਨਾ। ਤੇ ਉਸ ਸਮੇਂ ਬਾਬਾ ਫਤਿਹ ਸਿੰਘ ਜੀ ਨੂੰ ਵੀ ਸ਼ਸਤਰ ਵਿਦਿਆ ਸਿਖਾਉਣੀ ਆਰੰਭ ਕੀਤੀ ਗਈ। ਸਿੱਖ ਦੇ ਵਾਸਤੇ ਇਹ ਹੁਕਮ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਹੁਕਮ ਕੀਤਾ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੇ ਰਹਿਤਨਾਮੇ ਦੇ ਵਿੱਚ ਦਰਜ ਕੀਤਾ ਹੈ ਕਿ ਸਿੱਖ ਦਾ ਇਹ ਫਰਜ਼ ਬਣਦਾ ਹੈ, ਸਿੱਖ ਆਲਸੀ ਨਾ ਹੋਵੇ, ਸਿੱਖ ਉਦਮੀ ਹੋਵੇ, ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਫਿਰ ਆਪਣੀ ਦਸਤਾਰ ਨੂੰ ਚੁਣ ਕੇ ਬੰਨੇ। ਇਹ ਨਾ ਹੋਵੇ ਕਿ ਆਪਣੀ ਦਸਤਾਰ ਨੂੰ ਟੋਪੀ ਦੇ ਵਾਂਗ ਉਤਾਰ ਦੇਵੇ ਤੇ ਟੋਪੀ ਦੇ ਵਾਂਗ ਆਪਣੇ ਸਿਰ ਦੇ ਉੱਪਰ ਰੱਖ ਲਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਬੋਲ ਨੇ, ਕੰਘਾ ਦੋਨੋਂ ਵਕਤ ਪਾਗ ਚੁਨੈ ਕਰ ਬੰਧਈ, ਦਾਤਨ ਨਿਤ ਨੀਤ ਕਰੈ, ਨਾ ਦੁਖ ਪਾਵੈ ਲਾਲ ਜੀ। ਅੱਜ ਸਿੱਖਾਂ ਦੇ ਵਿੱਚ ਇਹ ਤਰਾਸਦੀ ਹੈ ਕਿ ਸਿੱਖ ਜਿਸ ਨੂੰ ਆਪਣੇ ਸੀਸ ਦਾ ਤਾਜ ਆਖਦੇ ਨੇ, ਦਸਤਾਰ ਨੂੰ ਸ਼ਾਨ ਆਖਦੇ ਨੇ, ਉਸ ਦਸਤਾਰ ਨੂੰ ਟੋਪੀ ਦੇ ਵਾਂਗ ਉਤਾਰ ਲੈਂਦੇ ਨੇ ਤੇ ਟੋਪੀ ਦੇ ਵਾਂਗ ਹੀ ਰੱਖ ਲੈਂਦੇ ਨੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਹੁਕਮ ਹੈ ਕਿ ਜੇ ਗੁਰੂ ਦਾ ਆਪਣੇ ਆਪ ਨੂੰ ਸਿੱਖ ਗਵਾਉਂਦਾ ਹੈ ਤੇ ਆਪਣੇ ਸੀਸ ਦੇ ਉੱਪਰ ਤੂੰ ਹਰ ਰੋਜ਼ ਪੂਣੀ ਕਰਕੇ ਚੁਣ ਚੁਣ ਕੇ ਪੱਗ ਬੰਨੇ, ਦਸਤਾਰ ਸਜਾਵੇਂ ਤੇ ਆਪਣੇ ਚਿਹਰੇ ਨੂੰ ਵੇਖ ਕੇ ਤੂੰ ਗੁਰੂ ਦਾ ਦੀਦਾਰ ਕਰੇ। ਕੰਘਾ ਦੋਨੋਂ ਵਕਤ ਪਾਗ ਚੁਨੈ ਕਰ ਬੰਧਈ, ਦਾਤਨ ਨਿਤ ਨੀਤ ਕਰੈ, ਨਾ ਦੁਖ ਪਾਵੈ ਲਾਲ ਜੀ। ਨਾਲ ਹੀ ਇਹ ਰਹਿਤਨਾਮਿਆਂ ਦੇ ਵਿੱਚ ਸ਼ਬਦ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ। ਮਹਾਰਾਜ ਜੀ ਦੇ ਇਹ ਵਿਚਾਰ ਹੈ, ਹੋਏ ਸਿੱਖ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਟੀ ਹੋਈ ਮਰੈ। ਜਿਹੜਾ ਸਿੱਖ ਪੱਗ ਨੂੰ ਟੋਪੀ ਦੇ ਵਾਂਗ ਸਮਝਦਾ ਹੈ, ਮਹਾਰਾਜ ਜੀ ਕਹਿੰਦੇ ਨੇ ਉਹ ਕਈ ਜਨਮਾਂ ਦੇ ਵਿੱਚ ਆਲਸੀ ਰਹਿੰਦਾ ਹੈ ਤੇ ਉਹ ਇੱਕ ਕੋੜ ਦੇ ਵਾਂਗ ਸੰਸਾਰ ਦੇ ਵਿੱਚ ਕੋੜੀ ਦੇ ਵਾਂਗ ਜੀਵਨ ਬਤੀਤ ਕਰਦਾ ਹੈ। ਹੋਏ ਸਿੱਖ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਟੀ ਹੋਏ ਮਰੈ। ਇਸ ਕਰਕੇ ਸਾਨੂੰ ਇਸ ਵਿਚਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀ ਸਾਡੀ ਇਹ ਦਸਤਾਰ ਹੈ, ਇਹ ਸਾਡੀ ਸ਼ਾਨੋ ਸ਼ੌਕਤ ਦਾ ਪ੍ਰਤੀਕ ਹੈ, ਧਾਰਮਿਕਤਾ ਦਾ ਪ੍ਰਤੀਕ ਹੈ, ਇਹ ਇੱਕ ਸਿੱਖ ਦਾ ਤਾਜ ਹੈ। ਇਸ ਦਸਤਾਰ ਦੇ ਨਾਲ ਪੰਜਾਬੀ ਦੇ ਵਿੱਚ ਬਹੁਤ ਸਾਰੇ ਮੁਹਾਵਰੇ ਵੀ ਜੁੜੇ ਹੋਏ ਨੇ। ਇਹ ਸਾਡੀ ਇੱਜ਼ਤ ਆਬਰੂ ਦਾ ਪ੍ਰਤੀਕ ਹੈ। ਕਿਸੇ ਦੀ ਪੱਗ ਲੈ ਜਾਣੀ, ਪੱਗ ਨੂੰ ਹੱਥ ਲਾਉਣਾ, ਪੱਗ ਨੂੰ ਦਾਗ ਲਾਉਣਾ ਆਦਿਕ ਮੁਹਾਵਰੇ ਸਾਡੀ ਦਸਤਾਰ ਦੇ ਨਾਲ ਜੁੜੇ ਹੋਏ ਨੇ। ਰਾਜਸਥਾਨ ਦੇ ਰਾਜਪੂਤਾਨੇ ਦੇ ਇੱਕ ਰਾਜੇ ਨੇ ਜਿਨ੍ਹਾਂ ਦਾ ਨਾਮ ਸੀ ਮਹਾਰਾਜਾ ਪ੍ਰਤਾਪ ਸਿੰਘ ਜੀ। ਮਹਾਰਾਜਾ ਪ੍ਰਤਾਪ ਸਿੰਘ ਜੀ ਕਿਹਾ ਜਾਂਦਾ ਬੜੇ ਅਣਖੀ ਤੇ ਬੜੇ ਸੂਰਬੀਰ ਯੋਧੇ ਸਨ। ਅਕਬਰ ਦੇ ਨਾਲ ਉਹਨਾਂ ਦਾ ਜੰਗ ਹੋਇਆ, ਯੁੱਧ ਹੋਇਆ। ਭਾਵੇਂ ਉਹਨਾਂ ਦੇ ਕੋਲ ਸੈਨਾ ਬਹੁਤ ਘੱਟ ਸੀ, ਸ਼ਸਤਰ ਬਹੁਤ ਘੱਟ ਸਨ, ਪਰ ਬੜੇ ਅਣਖੀ, ਬੜੇ ਦਲੇਰ, ਬਹਾਦਰ ਸੂਰਮੇ ਸਨ। ਅਕਬਰ ਦੇ ਨਾਲ ਲੜਦਿਆਂ ਲੜਦਿਆਂ ਹਾਰ ਗਏ, ਪਰ ਉਹਨਾਂ ਨੇ ਅੰਦਰੋਂ ਹਾਰ ਸਵੀਕਾਰ ਨਹੀਂ ਕੀਤੀ, ਮੰਨੀ ਨਹੀਂ। ਆਪਣਾ ਰਾਜ ਹਾਰਨ ਤੋਂ ਬਾਅਦ ਜੰਗਲ ਨੂੰ ਚਲੇ ਗਏ। ਅੱਜ ਜੰਗਲ ਦੇ ਵਿੱਚ ਬੈਠੇ ਹੋਏ ਨੇ ਤੇ ਉੱਥੇ ਹੀ ਉਹ ਸੋਚ ਰਹੇ ਨੇ ਕਿਵੇਂ ਦੁਬਾਰਾ ਅਕਬਰ ਦੇ ਨਾਲ ਜੰਗ ਕੀਤਾ ਜਾਏ, ਯੁੱਧ ਕੀਤਾ ਜਾਏ ਤੇ ਆਪਣੀ ਅਣਖ ਦੇ ਬਾਰੇ ਦੱਸਿਆ ਜਾਏ ਕਿ ਅਜੇ ਤੱਕ ਮੈਂ ਤੇਰੀ ਹਾਰ ਨੂੰ ਸਵੀਕਾਰ ਨਹੀਂ ਕੀਤਾ, ਮੈਂ ਤੇਰੇ ਕੋਲੋਂ ਈਨ ਨਹੀਂ ਮੰਨੀ। ਉਸੇ ਸਮੇਂ ਕਿਹਾ ਜਾਂਦਾ ਹੈ ਅਕਬਰ ਦੇ ਦਰਬਾਰ ਦਾ ਇੱਕ ਰਤਨ ਜਿਸ ਦਾ ਨਾਮ ਹੈ ਤਾਨਸੇਨ,
जो कि बहुत वड्डा गवैया सी। तानसेन घुमदा घुमदा अज जंगल दे विच आया ते जंगल दे विच आके महाराजा प्रताप सिंह नूं कहिंदा है कि तुसीं तां बड़े सूरबीर हो, बड़े बहादुर हो, अज जंगल दे विच कित्थे आसन लाया होया, कित्थे बैठे होए हो? कदे तुहाडे कोल लोक आउंदे सन, हथ जोड़ के कुछ मंगदे सन ते तुसीं सोना अर्पण दान कर दिंदे सो। अज तुहाडे कोल कोई आ जावे, की दान करोगे? महाराजा प्रताप सिंह कहन लगा, मैं तुहाडी बड़ी वडियाई उस्तत सुनी है, कोई संगीत सुनाओ, कोई राग सुनाओ। तानसेन ने राग छेड़िया, राग सुनाया। सुनाउण तो बाद कहन लगा कि मैं ते तुहाडा कर्जदार हो गया, तुहाडा ऋणी हो गया। तुसीं मैनूं इन्ना बेशकीमती संगीत सुनाया है, पर अज मेरे कोल देण दे वास्ते कुछ नहीं। तानसेन कहन लगा, है क्यों नहीं? तुसीं अपने तन दे उपर सोहनी ये पोशाक पाई हुई है, अपने सीस दे उपर सोहनी दस्तार सजाई हुई है, घट्टो घट कहन लगा मैनू ये दस्तार दे दिओ, ये पाई हुई पोशाक तां मैनू आवेगी नहीं, क्योंकि तुहाडे शरीर दा नाप कुछ होर है, मेरे शरीर दा नाप कुछ होर है, ये दस्तार दे देवो। महाराजा प्रताप सिंह ने जदों ये बोल सुने, अखां दे विच अथरू आ गए, हंझू आ गए। अगों तानसेन कहंदा, की होया? महाराजा प्रताप सिंह कहन लगा कि जे मेरी तू जान मंग लेंदा, इसे समय हाजिर कर दिंदा, जे तू मेरा कोई शस्त्र मंग लेंदा, इसे समय तेनू दे दिंदा, जे तन ते होई पोशाक मंग लेंदा, इसे समय दे दिंदा, पर तू मेरी दस्तार मंग लई है, ये देनी बहुत कठिन है, ये देनी बहुत मुश्किल है। अगों तानसेन कहंदा है, क्यों? महाराजा प्रताप सिंह कहन लगा कि तू अकबर दे दरबार दे विच प्रसिद्ध गवैया है, ते जदों दरबार दे विच जाना है, तुहाडा सुभाव है सब तो पहला तू अकबर नूं सलाम करदा है। सलाम करन दे वक्त तेरी ये जिहड़ी दस्तार है झुक जाती है, तेरी पग झुक जाती है, ते अकबर नूं ये पता है कि महाराजा प्रताप सिंह कदे झुकिया नहीं, उसकी दस्तार कदे किसी के सामने झुकी नहीं। ते मेरियां अखां दे विच अथरू अज इस करके आए ने कि जिहड़ा महाराजा प्रताप सिंह जंग दे विच भी झुकिया नहीं, उसकी दस्तार जदों तेनू मैं सौंप दिती, दे दिती, यही दस्तार बन के सजा के जदों तू अकबर दे दरबार दे विच जाके सलाम करेगा, मेरी दस्तार झुक जाएगी। तानसेन ने वचन दिता, कहन लगा दस्तार मैनू दे दिओ, पर मैं तुहानू वचन देंदा हाँ कि मैं जदों भी अकबर दे दरबार दे विच जावांगा, कदे भी तुहाडी दस्तार नूं झुकण नहीं देवांगा। जदों भी तानसेन दरबार दे विच जांदा सी, कदे भी महाराजा प्रताप सिंह दी दस्तार नूं झुकण नहीं सी दिंदा। ते जिस दिन दस्तार सजाई हुंदी सी महाराजा प्रताप सिंह दी, उस दिन सलाम भी नहीं सी करदा। अगों अकबर ये सवाल करदा सी, प्रश्न करदा सी कि अज सलाम क्यों नहीं कीती? अगों कहंदा सी अज सीस दे उपर महाराजा प्रताप सिंह दी दस्तार सजाई हुई है। वो बड़ा अणखी बहादुर ते दलेर सूरमा है, उसने कहा मेरी दस्तार नूं झुकण नहीं देना। अज अपनी जीवन दे वल झात मारीए, अपने आप नूं सिख अखवाउंदे आ, साडा सीस भी वख-वख थावां ते झुक जांदा है, ते साडी जिहड़ी दस्तार है ये भी थावां थावां ते झुक जांदी है। आपां दस्तार दे मुੱਲ नूं जाणिया नहीं कि दस्तार किस भाਅ सानू मिली है, किस कीमत दे नाल मिली है। अज आपां कबरां ते भी इस दस्तार नूं झुका दिंदे आ, मड़ियां ते भी इस दस्तार नूं झुका दिंदे हां। इस दस्तार नूं आपां किसी देहधारी साधु दे अगे भी झुका दिंदे आ, ते आपां वख-वख होर थावां ते मठां ते भी इस दस्तार नूं झुका दिंदे आ। कलगीधर पातशाह महाराज ने एक कवित दे राहीं अपने सिखां नूं समझाया सी कि जागत जोत जपै निसबासुर,
एक बिना मन नैक न आनै, पूर्ण प्रेम प्रतीत सजै, व्रत गोर मड़ी मठ भूल न मानै, तीर्थ दान दया तप संजम, एक बिना न एक पछानै, पूर्ण जोत जगै घट मैं, तब खालस ताहि नखालस जानै। महाराज ने ये शब्द कहे सन, पर इस शब्द ते आपां पहरा नहीं दिता, बड़े अवेसले जे हो गए हैं। ना तो सानू अपने सभ्याचार बारे पता है कि इस दस्तार का इतिहास की है, की हिस्टरी है। अज आपां आनंद कारज के वक्त किसी का विआह होवे, उस दिन 2-4 घंटिया के वास्ते दस्तार सजाउण वास्ते बड़े काले हुंदे आ, बड़े उतावले हुंदे आ कि मैं अपने सिर के उपर दस्तार सजाउणी है। पर उसनूं पता नहीं है कि दस्तार किस वास्ते सजाई जाती है। दस्तार केवल श्रृंगार नहीं है, ये साडा धार्मिक चिन्ह है, सतगुरु जी की बख्शिश है। इसनूं अज समझण की बहुत लोड़ है। अज दूजे पातशाह धन धन श्री गुरु अंगद साहिब महाराज जी का ज्योति जोत दिवस है। धन गुरु अंगद साहिब महाराज जी ने अपने शरीरक चोले नूं त्याग्या है, ते धन गुरु अमरदास सच्चे पातशाह महाराज जी गुरगद्दी ते सुभाएमान होए ने। जो गुरु अंगद साहिब महाराज जी ने अपने जीवन काल दे विच सतगुरु धन गुरु नानक साहिब महाराज का हुक्म मान के जो पूरने पाए ने सानू उपदेश दिता है कि जो अपने आप नू सिख अखवाउंदा है, उस वास्ते ये हुक्म है कि गुरु दे हरेक उपदेश नू हुक्म नू मन्ने। गुर सतगुरु का जो सिख अखाए सो भल के उठ हर नाम ध्यावै। ये सतगुरु जी का साडे वास्ते हुक्म है कि अमृत वेले की संभाल करनी। धन गुरु अंगद साहब सच्चे पातशाह महाराज जी ने सानू जो उपदेश दिता है उसनू धारण करन दा यतन करिए। हजूर ने 63 श्लोक उचारण कीते ने, 63 श्लोक जो कि वख-वख वारां दे विच दर्ज ने, ते हर एक वार दे विच सतगुरु जी की महिमा उन्होंने बयान की है। आप सब संगत का बहुत बहुत हार्दिक धन्यवाद है, जिन्हों ने बहुत एकाग्रता और अदब दे नाल इस दस्तार के विचार नू सरवण किया है। होइयां भुलां दी खिमा। वाहिगुरु जी का खालसा, वाहिगुरु जी की फतेह। तुम ठाकुर तुम पह अरदास, जियो पिंड सब तेरी रास। मात पिता बारिक तेरे तुमरी किरपा,